ਹੈਲੋ ਦੋਸਤੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਦੋਸਤੋ, ਇਹ ਆਪਣਾ ਲੈਕਚਰ ਨੰਬਰ 3 ਹੈ ਜਿੱਥੇ ਆਪਾਂ ਪੰਜਾਬ ਜੀਕੇ ਦੀ ਗੱਲ ਕਰਾਂਗੇ। ਸੋ ਇੱਥੇ ਆਪਾਂ ਜਿਹੜਾ ਬੇਸਿਕਲੀ ਸਬਜੈਕਟ ਚੁੱਕਿਆ ਹੈ ਉਹ ਹੋਏਗਾ ਪੋਲਿਟੀ, ਜਿਹੜਾ ਕਿ ਤੁਹਾਡੇ ਮਾਸਟਰ ਕੇਡਰ ਦੇ ਐਗਜ਼ਾਮ, ਭਾਵੇਂ ਤੁਹਾਡਾ ਈਟੀਟੀ ਦਾ ਐਗਜ਼ਾਮ ਹੋਵੇ ਜਾਂ ਫਿਰ ਪੰਜਾਬ ਦਾ ਕੋਈ ਵੀ ਸਟੇਟ ਐਗਜ਼ਾਮ ਹੋਵੇ, ਭਾਵੇਂ ਜਿਹੜਾ ਵੀ ਵਾਰਡ ਅਟੈਂਡੈਂਟ ਦੀਆਂ ਜਿਹੜੀਆਂ ਵੈਕੈਂਸੀਆਂ ਆਈਆਂ ਵੀ ਉੱਥੇ ਦੇ ਜੀਕੇ ਦੇ ਵਿੱਚ ਵੀ ਜਾਂ ਫਿਰ ਪੰਜਾਬ ਪਟਵਾਰੀ ਦੇ ਵਿੱਚ ਵੀ ਆਹ ਵਾਲੇ ਜਿਹੜੇ ਕੁਐਸਚਨ ਹੈਗੇ ਨੇ ਉਹ ਪੁੱਛੇ ਜਾ ਸਕਦੇ ਨੇ। ਸੋ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ, ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹਨੂੰ ਸਬਸਕ੍ਰਾਈਬ ਕਰ ਲਿਓ ਜੀ। ਆਉਣ ਵਾਲੀਆਂ ਵੀਡੀਓਜ਼ ਨੂੰ ਮਿਸ ਨਾ ਕਰ ਲਈ ਤੁਸੀਂ ਬੈਲ ਆਈਕਨ ਵੀ ਜ਼ਰੂਰ ਤੋਂ ਪ੍ਰੈਸ ਕਰ ਸਕਦੇ ਹੋ। ਸੋ ਇਸ ਤੋਂ ਪਹਿਲਾਂ ਆਪਾਂ ਪੋਲਿਟੀ ਦੀਆਂ 2 ਵੀਡੀਓਜ਼ ਬਣਾ ਚੁੱਕੇ ਹਾਂ। ਇਸ ਤੋਂ ਪਹਿਲਾਂ ਆਪਾਂ ਜਿਓਗ੍ਰਾਫੀ ਦੀਆਂ ਵੀ 10 ਕੁ ਵੀਡੀਓ ਬਣਾਈਆਂ ਹੋਈਆਂ, ਵੀ ਪੰਜਾਬ ਦੀ ਜੀਕੇ ਦੀ ਵੀ 5 ਕੁ ਵੀਡੀਓ ਬਣਾਈ ਹੋਈ ਹੈ। ਸੋ ਆਪਣੇ ਵੀ ਚੈਨਲ ਤੇ ਕਾਫੀ ਮਟੀਰੀਅਲ ਵੀ ਪਿਆ ਹੋਇਆ, ਸੋ ਤੁਸੀਂ ਉਹਨਾਂ ਨੂੰ ਵੇਖ ਸਕਦੇ ਹੋ ਵੀ ਆਪਦੇ ਨੌਲੇਜ ਵਿੱਚ ਵਾਧਾ ਕਰਨ ਲਈ। ਵੈਸੇ ਵੀ ਜਿਹੜੇ ਕਰੰਟ ਇਸ਼ੂ ਹੁੰਦੇ ਆ ਵੀ ਉਹਨਾਂ ਤੇ ਵੀ ਆਪਾਂ ਵੀਡੀਓਜ਼ ਬਣਾਉਂਦੇ ਹੁੰਦੇ ਆ ਜੀ। ਹੁਣ ਅੱਜ ਦਾ ਆਪਣਾ ਜਿਹੜਾ ਫਸਟ ਕੁਐਸਚਨ ਹੈ, ਦ ਪ੍ਰਾਈਮ ਮਿਨਿਸਟਰ ਇਜ਼। ਸੋ ਇੱਥੇ ਗੱਲ ਕੀਤੀ ਜਾ ਰਹੀ ਹੈ ਪ੍ਰਾਈਮ ਮਿਨਿਸਟਰ ਦੀ। ਸੋ ਪ੍ਰਾਈਮ ਮਿਨਿਸਟਰ ਹੁੰਦਾ ਕੌਣ ਹੈ? ਸੋ ਇਹ ਪੁੱਛਿਆ ਜਾ ਰਿਹਾ ਹੈ ਵੀ ਉਹਦੀ ਪੋਜੀਸ਼ਨ ਦੀ ਗੱਲ ਕੀਤੀ ਜਾ ਰਹੀ ਹੈ, ਠੀਕ ਹੈ ਜੀ, ਜਿਹੜੀ ਉਹਦੀ ਡੈਸਟੀਨੇਸ਼ਨ ਹੁੰਦੀ ਹੈ। ਸੋ ਦ ਹੈਡ ਆਫ ਦਾ ਸਟੇਟ, ਕੀ ਉਹ ਹੈਡ ਆਫ ਦਾ ਸਟੇਟ ਹੁੰਦਾ ਹੈ ਜਾਂ ਫਿਰ ਹੈਡ ਆਫ ਦਾ ਗਵਰਨਮੈਂਟ, ਕਿ ਜਿਹੜਾ ਗਵਰਨਮੈਂਟ ਹੁੰਦੀ ਹੈ ਵੀ ਉਹਦਾ ਹੈਡ ਹੁੰਦਾ ਹੈ, ਜਾਂ ਫਿਰ ਵੀ ਦ ਹੈਡ ਆਫ ਦਾ ਸਟੇਟ ਐਜ਼ ਵੈਲ ਐਜ਼ ਦਾ ਗਵਰਨਮੈਂਟ। ਇੱਥੇ ਗੱਲ ਕੀਤੀ ਜਾ ਰਹੀ ਹੈ ਦ ਹੈਡ ਆਫ ਦਾ ਸਟੇਟ ਵਾਜ਼ ਵੈਲ ਐਜ਼ ਇੱਥੇ ਆਉਣਾ ਸੀਗਾ, ਇੱਥੇ ਮੈਨੂੰ ਲੱਗਦਾ ਥੋੜੀ ਜਿਹੀ ਮਿਸਟੇਕ ਹੋ ਗਈ ਹੈ ਰਾਈਟ ਕਰਨ 'ਚ। ਸੋ ਇੱਥੇ ਗੱਲ ਕੀਤੀ ਜਾ ਰਹੀ ਹੈ ਵੀ ਉਹ ਸਟੇਟ ਦਾ ਵੀ ਹੈਡ ਹੁੰਦਾ ਹੈ ਤੇ ਜਿਹੜਾ ਗਵਰਨਮੈਂਟ ਹੁੰਦਾ ਉਹਦਾ ਵੀ ਹੈਡ ਹੁੰਦਾ ਹੈ। ਸੋ ਆਪਣਾ ਜਿਹੜਾ ਸਹੀ ਜਵਾਬ ਹੈ ਉਹ ਕੀ ਹੋ ਸਕਦਾ, ਜਾਂ ਫਿਰ ਨਨ ਆਫ ਥੀਸ ਹੋਏਗਾ। ਸੋ ਆਪਣਾ ਜਿਹੜਾ ਸਹੀ ਜਵਾਬ ਹੈ ਪ੍ਰਾਈਮ ਮਿਨਿਸਟਰ ਨੂੰ ਲੈ ਕੇ, ਉਹ ਕੀ ਹੁੰਦਾ ਹੈ ਜੀ, ਜਿਹੜੀ ਆਪਣੀ ਸਰਕਾਰ ਹੁੰਦੀ ਹੈ ਨਾ ਜੀ, ਉਹਦਾ ਹੈਡ ਹੁੰਦਾ ਹੈ। ਜਿਵੇਂ ਕੈਬਨਿਟ ਦੀ, ਜਿਵੇਂ ਕਹਿ ਸਕਦੇ ਹੋ ਤੁਸੀਂ ਵੀ, ਜਿਵੇਂ ਕਿ ਅੱਡ ਅੱਡ ਜਿਹੜੇ ਮੰਤਰਾਲੇ ਨਹੀਂ ਹੁੰਦੇ ਜੀ, ਜਿਵੇਂ ਕਿ ਹੈਲਥ ਮਿਨਿਸਟਰੀ ਹੋ ਗਈ ਜਾਂ ਫਿਰ ਤੁਹਾਡੀ ਐਜੂਕੇਸ਼ਨ ਮਿਨਿਸਟਰੀ ਹੋ ਸਕਦੀ ਹੈ ਜੀ, ਜਾਂ ਫਿਰ ਫੂਡ ਸਪਲਾਈ ਮਿਨਿਸਟਰੀ ਹੋ ਗਈ, ਵੀ ਕ੍ਰਿਸ਼ੀ ਜਾਂ ਫਿਰ ਫਾਰਮਿੰਗ ਦਾ ਮੰਤਰਾਲਾ, ਜਾਂ ਫਿਰ ਪੈਟਰੋਲੀਅਮ ਦਾ ਮੰਤਰਾਲਾ, ਵੀ ਆਹ ਜਿੰਨੀ ਵੀ ਮਿਨਿਸਟਰੀਆਂ ਹੁੰਦੀਆਂ ਵੀ ਇਹਨਾਂ ਦੇ ਜਿਹੜਾ ਵੀ ਲੀਡਰ ਹੁੰਦਾ ਜਾਂ ਫਿਰ ਜਿਹੜੀ ਵੀ ਸਰਕਾਰ ਚੱਲ ਰਹੀ ਹੁੰਦੀ ਹੈ ਵੀ ਉਹਦਾ ਹੈਡ ਕੌਣ ਹੁੰਦਾ ਜੀ, ਉਹ ਹੁੰਦਾ ਪ੍ਰਾਈਮ ਮਿਨਿਸਟਰ। ਠੀਕ ਹੈ ਜੀ, ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਦੂਜਾ ਕੁਐਸਚਨ ਵੀ ਇਹਦੇ ਨਾਲ ਹੀ ਸੰਬੰਧਿਤ ਹੋਏਗਾ। ਇੱਥੇ ਗੱਲ ਕੀਤੀ ਜਾ ਰਹੀ ਹੈ ਦ ਪ੍ਰਾਈਮ ਮਿਨਿਸਟਰ ਇਜ਼। ਸੋ ਇਹਦੀ ਇਲੈਕਸ਼ਨ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਵੀ ਇਹਨੂੰ ਜਿਹੜਾ ਵੀ ਪ੍ਰਾਈਮ ਮਿਨਿਸਟਰ ਹੁੰਦੇ ਨੇ ਵੀ ਆਪਣੇ ਪ੍ਰਧਾਨ ਮੰਤਰੀ, ਉਹਨਾਂ ਨੂੰ ਇਲੈਕਟ ਕਿਵੇਂ ਕੀਤਾ ਜਾਂਦਾ ਵੀ, ਜਿਹੜੀਆਂ ਚੋਣਾਂ ਹੁੰਦੀਆਂ ਵੀ ਉਹ ਕਿਵੇਂ ਕੀਤੀਆਂ ਜਾਂਦੀਆਂ ਹੈਗੀਆਂ। ਦ ਇਲੈਕਟਡ ਬਾਏ ਦ ਲੋਕ ਸਭਾ, ਕੀ ਉਹ ਲੋਕ ਸਭਾ ਦੁਆਰਾ ਇਲੈਕਟਡ ਕੀਤੇ ਜਾਂਦੇ ਨੇ, ਜਾਂ ਫਿਰ ਇਲੈਕਟਡ ਬਾਏ ਦ 2 ਹਾਊਸਸ ਆਫ ਪਾਰਲੀਮੈਂਟ ਐਟ ਅ ਜੁਆਇੰਟ ਸਿਟਿੰਗ। ਸੋ ਇੱਥੇ ਗੱਲ ਕੀਤੀ ਜਾ ਰਹੀ ਹੈ ਵੀ ਇਲੈਕਟਡ ਬਾਏ ਦ 2 ਹਾਊਸਸ, ਵੀ ਜਿਹੜੇ ਜੁਆਇੰਟ ਸਿਟਿੰਗ ਦੇ ਵਿੱਚ ਇਹਨਾਂ ਦੀ ਇਲੈਕਸ਼ਨ ਹੁੰਦੀ ਹੈ। ਜੁਆਇੰਟ ਸਿਟਿੰਗ ਦਾ ਕਹਿਣ ਦਾ ਕੀ ਭਾਵ ਹੈ ਵੀ ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਵੀ ਜਦੋਂ ਦੋਹੇ ਇਕੱਠੇ ਬਹਿ ਜਾਂਦੇ ਆ ਨਾ ਜੀ, ਉਹਨੂੰ ਆਪਾਂ ਜੁਆਇੰਟ ਸਿਟਿੰਗ ਕਹਿੰਦੇ ਆ। ਵੈਸੇ ਜੇ ਮੈਂ ਗੱਲ ਕਰਾਂ ਜੁਆਇੰਟ ਸਿਟਿੰਗ ਕਿਉਂ ਕਰਵਾਈ ਜਾਂਦੀ ਹੈ, ਜਿਵੇਂ ਮੰਨ ਕੇ ਚੱਲੋ ਵੀ ਕੋਈ ਨਿਯਮ ਕਾਨੂੰਨ ਇਹਨਾਂ ਨੇ ਬਣਾਉਣਾ ਹੁੰਦਾ, ਠੀਕ ਹੈ ਜੀ, ਸੋ ਉਹਦੇ ਤੇ ਨਾ ਜੀ ਉਹ ਨਹੀਂ ਪਾਸ ਹੋ ਰਿਹਾ, ਜਾਂ ਫਿਰ ਮੰਨ ਕੇ ਚੱਲੋ ਵੀ ਰਾਜ ਸਭਾ ਦੇ ਵਿੱਚ ਜਾਂ ਫਿਰ ਲੋਕ ਸਭਾ ਦੇ ਵਿੱਚ ਵੀ ਉਹ ਜਿਹੜਾ ਜਨਮਤ ਹੈ ਉਹ ਨਹੀਂ ਬਣ ਰਿਹਾ। ਸੋ ਇੱਥੇ ਜੁਆਇੰਟ ਸਿਟਿੰਗ ਬੁਲਾ ਕੇ, ਕਿਉਂਕਿ ਜਿਹੜੀ ਲੋਕ ਸਭਾ ਦੇ ਵਿੱਚ ਹੁੰਦੀ ਹੈ, ਜਿਵੇਂ ਕਿ ਆਪਾਂ ਗੱਲ ਕਰੀਏ ਵੀ ਲੋਕ ਸਭਾ ਦੇ ਵਿੱਚ 545 ਸੀਟਾਂ ਹੈਗੀਆਂ ਪ੍ਰੈਜ਼ੈਂਟ ਦੇ ਵਿੱਚ, ਠੀਕ ਹੈ ਜੀ, 545 ਹੈਗੀਆਂ। ਵੈਸੇ ਜੇ ਮੈਕਸਿਮਮ ਦੀ ਗੱਲ ਕਰਾਂ ਹੁੰਦੀ ਆ 552 ਨੇ ਮੈਕਸਿਮਮ, ਤੇ ਪ੍ਰੈਜ਼ੈਂਟ ਦੀ ਗੱਲ ਕਰਾਂ 545। ਸੋ ਇੱਥੇ ਲਗਭਗ ਵੀ 2/3 ਵੀ ਆਪਾਂ ਕਹਿ ਸਕਦੇ ਹਾਂ ਮੈਜੋਰਟੀ ਵੀ ਤੁਸੀਂ ਵੇਖਿਆ ਹੋਣਾ ਵੀ 3 ਟਾਈਪਸ ਦੀ ਮੈਜੋਰਟੀ ਹੁੰਦੀ ਹੈ। ਐਬਸੋਲੂਟ ਮੈਜੋਰਟੀ ਹੁੰਦੀ ਹੈ ਜੀ, ਇੱਕ ਤਾਂ ਵੈਸੇ ਸਪੈਸ਼ਲ ਮੈਜੋਰਟੀ ਹੁੰਦੀ ਹੈ, ਤੇ ਇੱਕ ਵੈਸੇ ਬਸ ਸਿੰਪਲ ਮੈਜੋਰਟੀ। ਠੀਕ ਹੈ ਜੀ, ਸਿੰਪਲ ਮੈਜੋਰਟੀ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ 50% ਹੋਵੇ, ਇਕੱਲਾ 50% + 1। ਠੀਕ ਹੈ ਜੀ, ਸੋ ਇੱਥੇ ਆਪਾਂ ਨਹੀਂ ਜਾਂਦੇ ਬਹੁਤਾ ਡਿਟੇਲ 'ਚ। ਸੋ ਮੈਂ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਜੇ ਕੋਈ ਨਿਯਮ ਕਾਨੂੰਨ ਪਾਸ ਨਹੀਂ ਹੋ ਰਿਹਾ, ਸੋ ਆਪਾਂ ਉੱਥੇ ਜੁਆਇੰਟ ਸਿਟਿੰਗ ਵਿਭਾ ਕੇ ਵੀ ਫਿਰ ਇਹ ਜਿਹੜਾ ਵੀ ਆਪਣਾ ਕਾਨੂੰਨ ਹੁੰਦਾ ਹੈ ਵੀ ਉਹਦੇ ਵਿੱਚ ਆਪਾਂ ਪਾਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਹੁਣ ਤੀਜੇ ਆਪਸ਼ਨ ਦੇ ਵਿੱਚ ਕੀ ਦੱਸਿਆ ਜਾ ਰਿਹਾ, ਅਪੁਆਇੰਟਡ ਬਾਏ ਦਾ ਪ੍ਰੈਜ਼ੀਡੈਂਟ, ਵੀ ਜਿਹੜੇ ਪ੍ਰਾਈਮ ਮਿਨਿਸਟਰ ਹੁੰਦੇ ਨੇ ਉਹਨਾਂ ਨੂੰ ਪ੍ਰੈਜ਼ੀਡੈਂਟ ਦੁਆਰਾ ਹੀ ਕੀ ਕੀਤਾ ਜਾਂਦਾ ਵੀ ਅਪੁਆਇੰਟ ਕੀਤਾ ਜਾਂਦਾ, ਜਾਂ ਫਿਰ ਆਪਸ਼ਨ ਨੰਬਰ ਡੀ ਇਲੈਕਟਡ ਬਾਏ ਦਾ ਲੋਕ ਸਭਾ ਐਂਡ ਅਪੁਆਇੰਟਡ ਬਾਏ ਦਾ ਪ੍ਰੈਜ਼ੀਡੈਂਟ। ਸੋ ਤੁਸੀਂ ਵੇਖ ਰਹੇ ਹੋਗੇ ਵੀ ਜਿਹੜਾ ਆਪਸ਼ਨ ਨੰਬਰ ਏ ਹੈ ਤੇ ਸੀ ਹੈ, ਇਹਨਾਂ ਦੋਵਾਂ ਨੂੰ ਮਰਜ ਕਰਕੇ ਆਪਸ਼ਨ ਨੰਬਰ ਡੀ ਬਣਾਇਆ ਗਿਆ ਹੈ। ਸੋ ਆਪਣਾ ਜਿਹੜਾ ਸਹੀ ਜਵਾਬ ਹੈ ਆਪਸ਼ਨ ਨੰਬਰ ਡੀ, ਵੀ ਜਿਹੜੇ ਪ੍ਰਾਈਮ ਮਿਨਿਸਟਰ ਹੁੰਦੇ ਨੇ ਵੀ ਇਹਨਾਂ ਦੀਆਂ ਇਲੈਕਸ਼ਨਾਂ ਤਾਂ ਲੋਕ ਸਭਾ ਦੇ ਵਿੱਚ ਹੀ ਹੁੰਦੀਆਂ ਨੇ, ਬਿਕੋਜ਼ ਜੇ ਇੱਥੇ ਇਲੈਕਸ਼ਨਾਂ ਹੋਣਗੀਆਂ ਫੇਰ ਹੀ ਜਿਹੜੀ ਸਰਕਾਰ ਹੈ ਉਹ ਬਣੂਗੀ। ਠੀਕ ਹੈ ਜੀ, ਤੁਸੀਂ ਵੀ ਅੱਜ ਕੱਲ੍ਹ ਜੇ ਇਹ ਵੀਡੀਓ ਵੇਖ ਰਹੇ ਹੋ ਤੁਹਾਨੂੰ ਪਤਾ ਹੀ ਹੋਏਗਾ ਕਿ ਵੀ ਜਦੋਂ ਵੀ ਇਲੈਕਸ਼ਨਾਂ ਹੁੰਦੀਆਂ ਵੀ ਲੋਕ ਸਭਾ ਦੇ ਵਿੱਚ ਹੀ ਵੇਖਿਆ ਜਾਂਦਾ। ਠੀਕ ਹੈ ਜੀ, ਸੋ ਆਪਸ਼ਨ ਨੰਬਰ ਜਿਹੜਾ ਡੀ ਹੈ ਵੀ ਇੱਥੇ ਲੋਕ ਸਭਾ ਦੇ ਵਿੱਚ ਤਾਂ ਇਲੈਕਸ਼ਨਾਂ ਹੁੰਦੀਆਂ ਤੇ ਅਪੁਆਇੰਟ ਕੀਤਾ ਜਾਂਦਾ ਕਿਹਨਾਂ ਦੁਆਰਾ, ਪ੍ਰੈਜ਼ੀਡੈਂਟ ਦੁਆਰਾ ਜੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਸੋ ਚੱਲਦੇ ਹਾਂ ਅੱਜ ਦੇ ਆਪਣੇ 3rd ਕੁਐਸਚਨ ਤੇ। ਹੂ ਐਕਟ ਐਜ਼ ਦਾ ਐਕਸ ਆਫਿਸ ਚੇਅਰਮੈਨ ਆਫ ਦਾ ਜ਼ੋਨਲ ਕਾਉਂਸਲ। ਇੱਥੇ ਗੱਲ ਕੀਤੀ ਜਾ ਰਹੀ ਹੈ ਵੀ ਹੂ ਐਕਟ ਐਜ਼ ਦਾ ਐਕਸ ਆਫਿਸ। ਸਾਰਿਆਂ ਨਾਲੋਂ ਪਹਿਲਾਂ ਤੁਹਾਨੂੰ ਜ਼ੋਨਲ ਕਾਉਂਸਲ ਬਾਰੇ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਜ਼ੋਨਲ ਕਾਉਂਸਲ ਵੈਸੇ ਹੁੰਦਾ ਕੀ ਹੈ
ਵੀ ਆਪਣੇ ਪੂਰੇ ਭਾਰਤ ਨੂੰ, ਠੀਕ ਹੈ ਜੀ, ਆਜ਼ਾਦੀ ਤੋਂ ਬਾਅਦ ਵੀ ਆਪਣੇ ਪੂਰੇ ਭਾਰਤ ਨੂੰ ਵੀ ਸੁਚਾਰੂ ਤਰੀਕੇ ਨਾਲ ਵੀ ਭਾਰਤ ਨੂੰ ਚਲਾਉਣ ਲਈ ਉਹਨੂੰ ਕੁਝ ਜ਼ੋਨਲ ਕੌਂਸਲ ਦੇ ਵਿੱਚ ਵੰਡਿਆ ਗਿਆ ਸੀ ਭਾਰਤ ਨੂੰ। ਉਹ ਲਗਭਗ 6 ਦੇ ਵਿੱਚ ਵੰਡਿਆ ਗਿਆ ਸੀ। ਮੈਂ ਵੈਸੇ ਤੁਹਾਨੂੰ ਜਵਾਬ ਹੀ ਦੇ ਦਿੱਤਾ। ਵੈਸੇ ਇਹ ਆਪਣਾ ਇੱਕ ਕੁਐਸਚਨ ਵੀ ਬਣ ਰਿਹਾ ਹੈ, ਅੱਗੇ ਜਾ ਕੇ ਕੁਐਸਚਨ ਵੀ ਹੈ ਕਿ ਵੀ ਜ਼ੋਨਲ ਕੌਂਸਲ ਕਿੰਨੇ ਦੇ ਵਿੱਚ ਵੰਡਿਆ ਗਿਆ ਸੀ। ਮੈਂ ਗੱਲ ਕਰਦਾ ਇਹਦੀ ਅੱਗੇ ਜਾ ਕੇ। ਦ ਚੀਫ ਮਿਨਿਸਟਰ ਆਫ ਦ ਸਟੇਟ ਵੇਅਰ ਦ ਜ਼ੋਨਲ ਕੌਂਸਲ ਮੀਟ, ਇਹ ਹੋਏਗਾ, ਜਾਂ ਫਿਰ ਆਪਸ਼ਨ ਨੰਬਰ ਬੀ ਦ ਗਵਰਨਰ of the state where the zonal council meet, या फिर the union minister associated with the zonal council, या फिर none of these। सो अपना ਜਿਹੜਾ ਇੱਥੇ ਸਹੀ ਜਵਾਬ ਹੈ ਉਹ ਹੈ none of these, ਠੀਕ ਹੈ ਜੀ। none of these ਕਿਵੇਂ ਹੈ ਜੀ? ਸੋ ਜਿਹੜਾ ਜ਼ੋਨਲ ਕਾਉਂਸਲ ਦਾ ਜਿਹੜਾ ਐਕਸ ਆਫਿਸ ਚੇਅਰਮੈਨ ਹੁੰਦਾ ਉਹ ਕੌਣ ਹੁੰਦਾ ਜੀ? ਹੋਮ ਮਿਨਿਸਟਰੀ ਹੁੰਦੀ ਹੈ, ਠੀਕ ਹੈ ਜੀ। ਯਾਨੀ ਕਿ ਗ੍ਰਹਿ ਮੰਤਰਾਲੇ ਜਿਹੜਾ ਹੁੰਦਾ ਨਾ ਜੀ, ਉਹਨੂੰ ਆਪਾਂ ਕਹਿ ਦਿੰਨੇ ਆ ਵੀ ਉਹ ਜ਼ੋਨਲ ਕਾਉਂਸਲ ਮਿਨਿਸਟਰ ਦਾ ਐਕਸ ਆਫਿਸ ਚੇਅਰਮੈਨ ਹੁੰਦਾ, ਠੀਕ ਹੈ ਜੀ। ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ। ਇੱਥੇ ਆਪਸ਼ਨ ਹੈ ਹੀ ਨਹੀਂ, ਆਪਸ਼ਨ ਨੰਬਰ ਏ ਬੀ ਸੀ ਚ ਉਹ ਹੈ ਨਹੀਂਗਾ। ਹੁਣ ਆਪਾਂ ਗੱਲ ਕਰਦੇ ਹਾਂ ਦ ਪ੍ਰੋਸੀਜਰ ਫॉर ਅਮੈਂਡਮੈਂਟ ਆਫ ਦ ਇੰਡੀਅਨ ਕਨਸਟੀਟਿਊਸ਼ਨ ਇਜ਼। ਸੋ ਇੱਥੇ ਗੱਲ ਕੀਤੀ ਜਾ ਰਹੀ ਹੈ ਵੀ ਅਮੈਂਡਮੈਂਟ ਵੈਸੇ ਹੁੰਦੀ ਕੀ ਹੈ? ਵੀ ਸੁਧਾਰ ਕਹਿ ਸਕਦੇ ਹਾਂ ਜੀ। ਜਿਵੇਂ ਕਿ ਅਮੈਂਡਮੈਂਟ ਨਹੀਂ ਕੀਤੀ ਜਾਂਦੀ ਜੀ ਭਾਰਤੀ ਸੰਵਿਧਾਨ ਦੇ ਵਿੱਚ ਵੀ, ਜਿਵੇਂ ਤੁਸੀਂ ਵੇਖਿਆ ਹੋਵੇਗਾ ਕਿ ਵੀ ਜਿਹੜੇ ਸੁਧਾਰ ਕੀਤੇ ਜਾਂਦੇ ਨੇ, ਜਿਵੇਂ ਤੁਹਾਨੂੰ ਲੱਗਦਾ ਹੈ ਕਿ ਹਾਂ ਵੀ ਆਹ ਨਿਯਮ ਕਾਨੂੰਨ ਜਿਵੇਂ ਕਿ ਉਹ ਕਨਫਲਿਕਟ ਕਰ ਰਹੇ ਆ, ਠੀਕ ਹੈ ਜੀ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਇੱਥੇ। ਸੋ ਇਹੀ ਪੁੱਛਿਆ ਜਾ ਰਿਹਾ ਕਿ ਇਹ ਫਲੈਕਸੀਬਲ ਹੈ, ਵੈਰੀ ਰਿਜਿਡ ਹੈ, ਜਾਂ ਫਿਰ ਪਾਰਸ਼ਲੀ ਰਿਜਿਡ ਤੇ ਪਾਰਸ਼ਲੀ ਫਲੈਕਸੀਬਲ, ਜਾਂ ਫਿਰ ਨਨ ਆਫ ਦਿਸ। ਸੋ ਆਪਣਾ ਜਿਹੜਾ ਸਹੀ ਜਵਾਬ ਹੈ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਕਿਵੇਂ ਸੀ ਸਹੀ ਹੈ ਇਹਦਾ ਵੀ ਮੈਂ ਜਵਾਬ ਦੇ ਦਿੰਦਾ। ਜਿਵੇਂ ਕਿ ਮੈਂ ਗੱਲ ਕਰਾਂ, ਜਿਵੇਂ ਕਿ ਆਪਣਾ ਲੈਂਡ ਤੋਂ ਸੰਬੰਧਿਤ ਕੋਈ ਕਾਨੂੰਨ ਹੋਵੇ, ਠੀਕ ਹੈ ਜੀ, ਜੇ ਲੈਂਡ ਤੋਂ ਸੰਬੰਧਿਤ, ਜਿਵੇਂ ਕਿ ਤੁਹਾਨੂੰ ਇਹ ਤਾਂ ਪਤਾ ਹੋਏਗਾ ਨਾ ਕਿ ਹਾਂ ਵੀ ਜਿਹੜਾ ਭਾਰਤ ਦੇ ਵਿੱਚ ਵੀ ਪਹਿਲਾਂ ਵੀ ਆਪਣਾ ਕੁਝ ਹਿੱਸਾ ਵੀ ਪਾਕਿਸਤਾਨ ਨੂੰ ਦਿੱਤਾ ਗਿਆ ਸੀ ਤੇ ਕੁਝ ਹਿੱਸਾ ਉਧਰੋਂ ਲਿਆ ਗਿਆ ਸੀ, ਠੀਕ ਹੈ ਜੀ। ਇਹ ਤੁਹਾਨੂੰ ਈਸਟ ਪਾਕਿਸਤਾਨ ਦੇ ਵਿੱਚ ਵੀ ਇਹ ਗੱਲ ਵੇਖਣ ਨੂੰ ਮਿਲਦੀ ਹੈ। ਸੋ ਇਹ ਗੱਲ ਜਦੋਂ ਕੀਤੀ ਗਈ ਸੀਗੀ ਉਦੋਂ, ਸੋ ਉਦੋਂ ਇਹ ਜਦੋਂ ਕੀਤਾ ਗਿਆ ਸੀਗਾ ਉਦੋਂ ਬਹੁਤ ਹੀ ਔਖੇ ਤਰੀਕੇ ਨਾਲ ਕੀਤਾ ਗਿਆ ਸੀ। ਕਿਉਂਕਿ ਇਹਨੂੰ ਆਪਾਂ ਲੋਕ ਸਭਾ ਦੇ ਵਿੱਚੋਂ ਤੇ ਰਾਜ ਸਭਾ ਦੇ ਵਿੱਚੋਂ ਵੀ ਇਹਨੂੰ ਪਾਸ ਕਰਾਉਣਾ ਹੁੰਦਾ। ਸੋ ਇਹਨੂੰ ਪਾਸ ਕਰਾਉਣ ਲਈ ਤੁਹਾਨੂੰ ਨਾ ਸਪੈਸ਼ਲ ਮੈਜੋਰਟੀ ਦੀ ਲੋੜ ਪੈਂਦੀ ਹੈ। ਮੀਨਸ ਵੀ 2/3 ਦੀ ਜਿਹੜੀ ਮੈਜੋਰਟੀ ਹੈ ਵੀ ਉਹਦੀ ਲੋੜ ਪੈਂਦੀ ਹੈ ਤੁਹਾਨੂੰ, ਠੀਕ ਹੈ ਜੀ। ਸੋ ਇਹਦੇ ਲਈ ਯਾਨੀ ਕਿ ਇਹ ਤਾਂ ਸਮਝ ਲਓ ਇਹ ਕੀ ਹੈ ਜੀ, ਇਹ ਪਾਰਟਲੀ ਰਿਜਿਡ ਹੈ। ਰਿਜਿਡ ਕਹਿਣ ਦਾ ਭਾਵ ਵੀ ਬਹੁਤ ਹੀ ਸਖਤ ਤਰੀਕੇ ਨਾਲ ਵੀ ਤੁਹਾਨੂੰ ਲੋੜ ਪਏਗੀ, ਜਾਂ ਫਿਰ ਤੁਸੀਂ ਹੋਰ ਕੋਈ ਨਿਯਮ ਕਾਨੂੰਨ ਲਿਆਉਣਾ ਹੈ, ਸੋ ਤੇ ਸਿੰਪਲ ਮੈਜੋਰਟੀ ਦੀ ਲੋੜ ਪੈਂਦੀ ਹੈ, ਠੀਕ ਹੈ ਜੀ। ਉੱਥੇ ਯਾਨੀ ਕਿ ਤੁਹਾਨੂੰ ਕੱਲਾ 50% + 1, 50% ਟੋਟਲ ਨੰਬਰ ਆਫ ਸੀਟਸ, ਠੀਕ ਹੈ ਜੀ, +1, ਸੋ ਉਹਦੇ ਨਾਲ ਵੀ ਉਹ ਪਾਸ ਹੋ ਜਾਂਦਾ ਹੈ। ਸੋ ਗੱਲ ਸਮਝਾਉਣ ਦਾ ਮੇਰਾ ਮਤਲਬ ਇਹੀ ਹੈ ਕਿ ਇਹ ਪਾਰਸ਼ਲੀ ਰਿਜਿਡ ਹੈ। ਕੁਝ ਕਾਨੂੰਨ ਤਾਂ ਇਹੋ ਜਿਹੇ ਨੇ ਵੀ ਤੁਹਾਨੂੰ ਵੀ ਚੇਂਜ ਕਰਨੇ ਬਾਲੇ ਹੀ ਔਖੇ ਨੇ ਤੇ ਕੁਝ ਬਾਲੇ ਹੀ ਸੌਖੇ ਨੇ, ਠੀਕ ਹੈ ਜੀ। ਸੌਖਿਆਂ ਦੇ ਵਿੱਚ ਵੀ ਤੁਹਾਨੂੰ ਵੀ ਘੱਟੋ ਘੱਟ ਵੀ ਨਾਰਮਲ ਮੈਜੋਰਟੀ ਦੀ ਲੋੜ ਪੈਂਦੀ ਹੈ, ਸਿੰਪਲ ਮੈਜੋਰਟੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਹੁਣ ਇੱਥੇ ਗੱਲ ਕੀਤੀ ਜਾ ਰਹੀ ਹੈ ਦਾ ਪਾਰਲੀਮੈਂਟ ਕੈਨ ਲੈਜਿਸਲੇਟ ਔਨ ਐਨੀ ਸਬਜੈਕਟ ਇਨ ਦਾ ਸਟੇਟ ਲਿਸਟ। ਸੋ ਇੱਥੇ ਗੱਲ ਕੀਤੀ ਜਾ ਰਹੀ ਹੈ ਜੋ ਪਾਰਲੀਮੈਂਟ ਹੈ ਵੀ ਆਪਣੀ ਜਿਹੜੀ ਪਾਰਲੀਮੈਂਟ ਹੈ ਵੀ ਉਹ ਕੋਈ ਵੀ ਨਿਯਮ ਕਾਨੂੰਨ ਬਣਾ ਸਕਦੀ ਹੈ, ਠੀਕ ਹੈ ਜੀ, ਸਟੇਟ ਲਿਸਟ ਦੇ ਵਿੱਚ। ਸੋ ਇੱਥੇ ਗੱਲ ਕੀਤੀ ਜਾ ਰਹੀ ਹੈ, ਸੋ ਇੱਥੇ ਸਿਚੁਏਸ਼ਨ ਦਿੱਤੀ ਹੋਈ ਹੈ ਕਦੋਂ ਬਣਾ ਸਕਦੀ ਹੈ? ਇਫ ਦ ਰਾਜ ਸਭਾ ਡਿਕਲੇਅਰ ਬਾਈ ਦ 2/3 ਮੈਜੋਰਟੀ ਰੈਜ਼ੋਲੂਸ਼ਨ ਦੈਟ ਐਕਸਪੀਡੈਂਟ ਟੂ ਡੂ ਸੋ ਇਟਸ ਨੈਸ਼ਨਲ ਇੰਟਰਸਟ। ਵੀ ਜੋ ਨੈਸ਼ਨਲ ਇੰਟਰਸਟ ਦੇ ਵਿੱਚ ਹੋਵੇ ਗੱਲਬਾਤ ਜੀ, ਤੇ ਉਹਦੇ ਵਿੱਚ 2/3 ਵੀ ਮੈਜੋਰਟੀ ਹੋਣੀ ਚਾਹੀਦੀ ਹੈ, ਸੋ ਫੇਰ ਹੀ ਬਣਾ ਸਕਦੇ ਆ। ਜਾਂ ਫਿਰ ਆਪਸ਼ਨ ਨੰਬਰ 2 ਵੀ ਫॉर द ਇੰਪਲੀਮੈਂਟੇਸ਼ਨ ਆਫ ਇੰਟਰਨੈਸ਼ਨਲ ਟ੍ਰੀਟੀਜ਼ ਔਰ ਐਗਰੀਮੈਂਟ। ਸੋ ਇੱਥੇ ਗੱਲ ਕੀਤੀ ਜਾ ਰਹੀ ਹੈ ਵੀ ਇੰਪਲੀਮੈਂਟੇਸ਼ਨ ਵੀ ਲਾਗੂ ਕਰਨ ਲਈ, ਕੀ ਲਾਗੂ ਕਰਨ ਲਈ? ਇੰਟਰਨੈਸ਼ਨਲ ਟ੍ਰੀਟੀਜ਼ ਨਹੀਂ ਹੁੰਦੀਆਂ ਵੀ ਜਿਹੜੀਆਂ ਸੰਧੀਆਂ ਹੁੰਦੀਆਂ, ਜਾਂ ਫਿਰ ਐਗਰੀਮੈਂਟਸ ਹੋ ਗਏ, ਉਹਨਾਂ ਨੂੰ ਵੀ ਇੰਪਲੀਮੈਂਟ ਕਰਨ ਲਈ। ਜਾਂ ਫਿਰ ਆਪਸ਼ਨ ਨੰਬਰ ਸੀ ਇਫ 2 or more ਸਟੇਟ ਮੇਕ ਅ ਰਿਕੁਐਸਟ ਟੂ ਪਾਰਲੀਮੈਂਟ ਟੂ ਡੂ ਸੋ। ਜਾਂ ਫਿਰ ਦੋ ਤੋਂ ਵੱਧ ਜਿਹੜੀਆਂ ਸਟੇਟਸ ਹੁੰਦੇ, ਜਿਹੜੇ ਰਾਜ ਹੈ ਵੀ ਉਹ ਰਿਕੁਐਸਟ ਕਰਨਗੇ ਪਾਰਲੀਮੈਂਟ ਨੂੰ, ਸੋ ਫੇਰ ਇਹ ਕਹਿ ਸਕਦੇ ਆ ਵੀ ਕੋਈ ਨਿਯਮ ਕਾਨੂੰਨ ਬਣਾ ਸਕਦੇ। ਸੋ ਆਪਣਾ ਜਿਹੜਾ ਆਪਸ਼ਨ ਨੰਬਰ ਡੀ ਹੈ ਉਹ ਆਪਣਾ ਇੱਥੇ ਰਾਈਟ ਹੋਏਗਾ। ਸੋ ਇਹਨਾਂ ਤਿੰਨਾਂ ਦੇ ਵਿੱਚ ਕੋਈ ਵੀ ਕੰਡੀਸ਼ਨ ਹੋਵੇ ਜਿਹੜੀ ਤੁਹਾਡੀ ਪਾਰਲੀਮੈਂਟ ਹੈ ਉਹ ਕੀ ਕਰ ਸਕਦੀ ਹੈ? ਲੈਜਿਸਲੇਟ ਕਰ ਸਕਦੀ ਹੈ ਕਿਸੇ ਵੀ ਸਬਜੈਕਟ ਦੇ ਉੱਤੇ, ਠੀਕ ਹੈ ਜੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਸੋ ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ, ਜਿਹੜਾ ਕਿ ਆਪਣਾ ਹੋਏਗਾ 6th ਕੁਐਸਚਨ। ਸੈਂਟਰਲ ਸਟੇਟ ਫਾਈਨੈਂਸ਼ੀਅਲ ਡਿਸਟ੍ਰੀਬਿਊਸ਼ਨ ਟੇਕ ਪਲੇਸ ਫੋਲੋਇੰਗ ਰਿਕਮੈਂਡੇਸ਼ਨ ਮੇਡ ਬਾਈ ਦਾ। ਸੋ ਇੱਥੇ ਗੱਲ ਕੀਤੀ ਜਾ ਰਹੀ ਹੈ ਵੀ ਜਿਹੜਾ ਵੀ ਸਟੇਟ ਤੇ ਸੈਂਟਰਲ ਸਟੇਟ ਫਾਈਨੈਂਸ਼ੀਅਲ ਜਿਹੜਾ ਡਿਸਟ੍ਰੀਬਿਊਸ਼ਨ ਹੈ ਟੇਕ ਪਲੇਸ ਫੋਲੋਇੰਗ ਰਿਕਮੈਂਡੇਸ਼ਨ ਮੇਡ ਬਾਈ ਦਾ। ਸੋ ਇਹ ਗੱਲ ਕੀਤੀ ਜਾ ਰਹੀ ਹੈ ਕਿ ਇਹ ਫਾਈਨੈਂਸ ਮਿਨਿਸਟਰ ਹੋਏਗਾ, ਜਾਂ ਫਿਰ ਫਾਈਨੈਂਸ ਕਮਿਸ਼ਨ, ਜਾਂ ਫਿਰ ਕਹਿ ਸਕਦੇ ਹਾਂ ਵੀ ਪਲੈਨਿੰਗ ਕਮਿਸ਼ਨ, ਜਾਂ ਫਿਰ ਸਰਕਾਰੀਆ ਕਮਿਸ਼ਨ। ਸੋ ਆਪਣਾ ਜਿਹੜਾ ਇੱਥੇ ਸਹੀ ਜਵਾਬ ਹੈ ਉਹ ਹੈ ਫਾਈਨੈਂਸ ਕਮਿਸ਼ਨ। ਫਾਈਨੈਂਸ ਕਮਿਸ਼ਨ ਦੇ ਅੰਡਰ ਹੀ ਜਿਹੜਾ ਵੀ ਤੁਹਾਡਾ ਕੀ ਕਹਿ ਸਕਦੇ ਹਾਂ ਵੀ ਸੈਂਟਰਲ ਸਟੇਟ ਫਾਈਨੈਂਸ਼ੀਅਲ ਡਿਸਟ੍ਰੀਬਿਊਸ਼ਨ ਹੈ ਉਹ ਟੇਕ ਪਲੇਸ ਹੁੰਦਾ ਹੈ, ਠੀਕ ਹੈ ਜੀ। ਆਪਸ਼ਨ ਨੰਬਰ ਡੀ ਬੀ ਇਜ਼ ਦਾ ਰਾਈਟ ਆਨਸਰ। ਸੋ ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਣੇ ਕਿਹੜੇ ਕੁਐਸਚਨ ਤੇ? 7th ਕੁਐਸਚਨ ਤੇ। ਹਾਊ ਮੈਨੀ ਜ਼ੋਨਲ ਕਾਉਂਸਲਸ ਆਰ देयर। ਸੋ ਆਪਣਾ ਇੱਥੇ ਜਵਾਬ ਕੀ ਹੋਏਗਾ ਕਿ ਇਹ 3 ਹੈ, 4 ਹੈ, 5 ਹੈ, ਜਾਂ ਫਿਰ 6 ਹੈ। ਸੋ ਆਪਣਾ ਜਿਹੜਾ ਸਹੀ ਜਵਾਬ ਹੈ ਇੱਥੇ ਉਹ ਹੈ 6। ਕਿਵੇਂ ਨੇ ਮੈਂ ਵੀ ਦੱਸ ਦਿੰਦਾ ਜੀ। ਸੋ ਆਪਣਾ ਜਦੋਂ ਭਾਰਤ ਦਾ ਆਜ਼ਾਦ ਹੋਇਆ ਸੀ, ਸੋ
ਇਹਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਭਾਰਤ ਨੂੰ ਲੋੜ ਪਈ ਸੀਗੀ ਵੀ ਇਹਨੂੰ ਭਾਗ ਦੇ ਵਿੱਚ ਵੰਡਣ ਲਈ। ਸੋ ਜਿਹਨੂੰ ਆਫਿਸ ਐਕਸ ਚੇਅਰਮੈਨ ਜਿਹੜਾ ਬਣਾਇਆ ਗਿਆ ਸੀ ਉਹ ਬਣਾਇਆ ਗਿਆ ਸੀ ਹੋਮ ਮਿਨਿਸਟਰੀ ਨੂੰ ਦਿੱਤਾ ਗਿਆ ਸੀ, ਯਾਨੀ ਕਿ ਹੋਮ ਮਿਨਿਸਟਰ ਨੂੰ ਉਹ ਬਣਾਇਆ ਗਿਆ ਸੀ। ਸੋ ਮੈਂ ਦੱਸ ਦਿੰਦਾ ਜਿਵੇਂ ਕਿ ਹੋ ਗਿਆ ਉਹ ਨਾਰਥ ਈਸਟ ਵੈਸਟ ਸਾਊਥ, ਇੱਕ ਹੋ ਗਿਆ ਆਪਣਾ ਸੈਂਟਰਲ ਤੇ ਇੱਕ ਹੋ ਗਿਆ ਨਾਰਥ ਈਸਟ। ਠੀਕ ਹੈ ਜੀ, ਨਾਰਥ ਈਸਟ। ਇਹ ਹੋ ਗਿਆ ਆਪਣੇ 6। ਸੋ ਆਪਣਾ ਜਿਹੜਾ ਸਹੀ ਜਵਾਬ ਹੈ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਠੀਕ ਹੈ ਜੀ, ਆਪਸ਼ਨ ਨੰਬਰ ਡੀ ਹੈ ਆਪਣਾ ਰਾਈਟ ਆਂਸਰ ਹੈ। ਸੋ ਹੁਣ ਚੱਲਦੇ ਹਾਂ ਅੱਜ ਦੇ ਆਪਣੇ 8th ਕੁਐਸਚਨ ਤੇ। ਜ਼ੋਨਲ ਕਾਉਂਸਲ ਹੈਵ ਬੀਨ ਕ੍ਰੀਏਟਡ ਟੂ ਐਨਸ਼ੋਰ, ਵੀ ਜ਼ੋਨਲ ਜਿਹੜੇ ਕਾਉਂਸਲ ਬਣਾਏ ਗਏ ਸੀ ਉਹ ਕਿਉਂ ਬਣਾਏ ਗਏ ਸੀ, ਇਹਦਾ ਤੁਸੀਂ ਜਵਾਬ ਦੇਣਾ ਹੈ। ਗ੍ਰੇਟਰ ਕੋਆਪਰੇਸ਼ਨ ਅਮੰਗ ਸਟੇਟਸ ਇਨ ਦਾ ਫੀਲਡ ਆਫ ਪਲੈਨਿੰਗ ਐਂਡ ਅਦਰ ਮੈਟਰ ਆਫ ਨੈਸ਼ਨਲ ਇੰਪੋਰਟੈਂਸ। ਸੋ ਇਹਦਾ ਜਿਹੜਾ ਜਵਾਬ ਹੈ ਕਿ ਪਹਿਲਾ ਹੋ ਸਕਦਾ ਹੈ ਕਿ ਜਿਹੜਾ ਵੀ ਕੋਆਪਰੇਸ਼ਨ ਲਈ ਵੀ ਜਿੰਨੀਆਂ ਵੀ ਸਟੇਟਸ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ ਵੀ ਇਹਨਾਂ ਦੇ ਕੋਆਪਰੇਸ਼ਨ ਲਈ ਬਣਾਇਆ ਗਿਆ ਸੀ, ਜਾਂ ਤਾਂ ਆਪਸ਼ਨ ਨੰਬਰ ਬੀ ਹੈ the way the law passed by the various state do not conflict with each other, ਵੀ ਜਿਹੜੇ ਵੀ ਨਿਯਮ ਕਾਨੂੰਨ ਬਣਾਏ ਜਾਂਦੇ ਨੇ ਉਹ ਇੱਕ ਦੂਜੇ ਸਟੇਟ ਨਾਲ ਵੀ ਕੀ ਨਾ ਹੋਣ, ਉਹਨਾਂ ਦਾ ਵਿਵਾਦ ਨਾ ਹੋਵੇ, ਇਸ ਕਰਕੇ ਬਣਾਇਆ ਗਿਆ ਸੀ। ਜਾਂ ਫਿਰ ਆਪਸ਼ਨ ਨੰਬਰ ਸੀ better utilization of the limited resources of the states, ਵੀ ਜਿਹੜੇ ਵੀ ਆਪਣੇ ਵੀ ਯੂਟਿਲਾਈਜੇਸ਼ਨ ਲਈ ਵੀ ਆਪਣੇ ਦੇਸ਼ ਦੇ ਜਿਹੜੇ ਵੀ ਰਿਸੋਰਸਿਸ ਨੇ ਸੰਸਾਧਨ ਨੇ ਉਹਨਾਂ ਦੇ ਯੂਟਿਲਾਈਜੇਸ਼ਨ ਪ੍ਰੋਪਰ ਹੋਵੇ, ਇਹਦੇ ਕਰਕੇ। ਜਾਂ ਫਿਰ ਆਪਸ਼ਨ ਨੰਬਰ ਡੀ ਆਲ ਦਿਸ ਥਿੰਗਸ। ਸੋ ਜਿਹੜਾ ਆਪਣਾ ਸਹੀ ਜਵਾਬ ਹੈ ਆਪਸ਼ਨ ਨੰਬਰ ਏ। ਸੋ ਇਹਨੂੰ ਜਿਹੜਾ ਮਿਲ ਕੇ ਜਦੋਂ ਬਣਾਇਆ ਗਿਆ ਸੀ ਇਹਦਾ ਮੇਨ ਮੋਟਿਵ ਇਹੀ ਸੀ ਵੀ ਆਪਣੇ ਇਹਨਾਂ ਦੇਸ਼ਾਂ ਦੇ ਵਿੱਚ ਕੋਆਪਰੇਸ਼ਨ ਰਵੇ। ਦੇਸ਼ਾਂ ਤੋਂ ਕਹਿਣ ਦਾ ਭਾਵ ਹੈ ਆਪਣੇ ਰਾਜ ਜਿੰਨੇ ਵੀ ਹੈਗੇ ਆ ਵੀ ਉਹਨਾਂ ਦੇ ਵਿੱਚ ਕੀ ਰਵੇ, ਕੋਆਪਰੇਸ਼ਨ ਰਵੇ ਨੈਸ਼ਨਲ ਇੰਪੋਰਟੈਂਸ ਦੇ ਕਰਕੇ। ਠੀਕ ਹੈ ਜੀ, ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਹੁਣ ਚੱਲਦੇ ਹਾਂ ਅੱਜ ਦੇ ਆਪਣੇ 9th ਕੁਐਸਚਨ ਤੇ। 2 or more zonal council can hold joint meetings, such meetings are presided over by। ਸੋ ਇਹ ਕੁਐਸਚਨ ਦਾ ਜਵਾਬ ਤਾਂ ਮੈਂ ਆਲਰੇਡੀ ਦੇ ਹੀ ਦਿੱਤਾ ਹੈ ਵੀ ਕਿ ਜੋ ਵੀ ਇਹ ਮੀਟਿੰਗਸ ਹੁੰਦੀਆਂ ਨੇ ਜੋਨਲ ਕਾਉਂਸਲ ਦੇ ਵਿੱਚ ਵੀ ਇਹਨੂੰ ਹੈਡ ਕੌਣ ਕਰਦਾ, ਪ੍ਰੀਜ਼ਾਈਡਡ ਬਾਏ, ਇਹਨੂੰ ਕਿਹਦੇ ਦੁਆਰਾ ਕੀਤਾ ਜਾਂਦਾ, ਕਿ ਉਹ ਹੋਮ ਮਿਨਿਸਟਰੀ ਹੈ, ਪ੍ਰਾਈਮ ਮਿਨਿਸਟਰ, ਚੇਅਰਮੈਨ ਐਂਡ ਪਲੈਨਿੰਗ ਕਮਿਸ਼ਨ, ਚੇਅਰਮੈਨ ਆਫ ਪਲੈਨਿੰਗ ਕਮਿਸ਼ਨ, ਜਾਂ ਫਿਰ ਆਪਸ਼ਨ ਨੰਬਰ ਡੀ ਦ ਸੀਨੀਅਰ ਮੋਸਟ ਗਵਰਨਰ ਆਫ ਦ ਮੈਂਬਰ ਸਟੇਟ। ਸੋ ਆਪਣਾ ਜਿਹੜਾ ਸਹੀ ਜਵਾਬ ਹੈ ਉਹ ਕੀ ਹੋ ਸਕਦਾ ਹੈ, ਆਪਸ਼ਨ ਨੰਬਰ ਡੀ ਹੋ ਸਕਦਾ ਹੈ। ਸੋ ਆਪਣਾ ਜਿਹੜਾ ਸਹੀ ਜਵਾਬ ਹੈ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ, ਵੀ ਹੋਮ ਮਿਨਿਸਟਰੀ ਦੁਆਰਾ ਕੀ ਹੈ ਇਹਨੂੰ ਕਹਿ ਸਕਦੇ ਹਾਂ ਵੀ ਲੀਡ ਕੀਤਾ ਜਾਂਦਾ ਹੈ। ਸੋ ਆਪਣਾ ਜਿਹੜਾ ਸਹੀ ਜਵਾਬ ਹੈ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਹੁਣ ਚੱਲਦੇ ਹਾਂ ਅੱਜ ਦੇ ਆਪਣੇ ਲਾਸਟ ਕੁਐਸਚਨ ਤੇ, ਇਹਦੀ ਗੱਲ ਵੀ ਕਰ ਲੈਂਦੇ ਹਾਂ। ਦ ਅਮੈਂਡਮੈਂਟ ਪ੍ਰੋਸੀਜਰ ਆਫ ਦ ਇੰਡੀਅਨ ਕੰਸਟੀਟਿਊਸ਼ਨ ਹੈਜ਼ ਬੀਨ ਮੋਡਲਡ ਔਨ ਦ ਕੰਸਟੀਟਿਊਸ਼ਨਲ ਪੈਟਰਨ ਆਫ। ਸੋ ਆਪਣਾ ਜਿਹੜਾ ਵੀ ਕੰਸਟੀਟਿਊਸ਼ਨ ਹੈ, ਸੰਵਿਧਾਨ ਹੈ, ਵੀ ਇਹਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਜਦੋਂ ਵੀ ਅਮੈਂਡਮੈਂਟ ਆਪਣਾ ਹੈ ਅਮੈਂਡਮੈਂਟ ਕੀਤੀ ਜਾਂਦੀ ਹੈ ਵੀ ਉਹ ਅਮੈਂਡਮੈਂਟ ਤਾਂ ਤੁਹਾਨੂੰ ਦੱਸ ਹੀ ਦਿੱਤਾ ਨਾ ਵੀ ਅਮੈਂਡਮੈਂਟ ਹੁੰਦੀ ਕੀ ਹੈ। ਜਦੋਂ ਵੀ ਆਪਾਂ ਸੁਧਾਰ ਕੋਈ ਕਰਦੇ ਹਾਂ ਜਾਂ ਫਿਰ ਕੋਈ ਚੇਂਜਸ ਲਿਆਉਂਦੇ ਆ ਆਪਣੇ ਸੰਵਿਧਾਨ ਦੇ ਵਿੱਚੋਂ ਕੋਈ ਆਰਟੀਕਲ ਚੇਂਜ ਕੀਤਾ ਜਾਂਦਾ ਹੈ। ਸੋ ਬਹੁਤ ਸਾਰੇ ਆਰਟੀਕਲ ਨੇ, ਜਿਵੇਂ ਕਿ ਤੁਹਾਨੂੰ ਪਤਾ ਹੀ ਹੋਏਗਾ ਕਿ ਰਾਈਟ ਟੂ ਪ੍ਰਾਪਰਟੀ ਪਹਿਲਾਂ ਹੁੰਦਾ ਸੀ 31 ਦੇ ਵਿੱਚ, ਉਹਨੂੰ ਵੀ ਕੱਢ ਦਿੱਤਾ ਗਿਆ ਸੀ, ਹੁਣ ਉਹਨੂੰ 300A ਦੇ ਵਿੱਚ ਲੀਗਲ ਰਾਈਟ ਬਣਾ ਦਿੱਤਾ ਗਿਆ ਹੈ। ਸੋ ਇਸ ਤਰ੍ਹਾਂ ਦਾ ਹੀ ਇਹ ਕਿਹੜੇ ਦੇਸ਼ ਤੋਂ ਲਿਆਂਦਾ ਗਿਆ ਸੀ, ਉਹ ਕੈਨੇਡਾ ਤੋਂ ਲਿਆਂਦਾ ਗਿਆ ਸੀ, USA ਤੋਂ, ਸਵਿਟਜ਼ਰਲੈਂਡ ਤੋਂ, ਜਾਂ ਫਿਰ ਸਾਊਥ ਅਫਰੀਕਾ ਤੋਂ। ਸੋ ਇਹਦਾ ਜਿਹੜਾ ਸਹੀ ਜਵਾਬ ਹੈ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਸੋ ਇਸ ਦੇ ਨਾਲ ਹੀ ਇਹ ਅੱਜ ਦਾ ਆਪਣਾ ਲਾਸਟ ਕੁਐਸਚਨ ਸੀ। ਹੁਣ ਆਪਾਂ ਇਸ ਸੈਸ਼ਨ ਦਾ ਐਂਡ ਕਰਦੇ ਹਾਂ। ਉਮੀਦ ਹੈ ਤੁਹਾਨੂੰ ਸੈਸ਼ਨ ਬਹੁਤ ਹੀ ਹੈਲਪਫੁਲ ਲੱਗਿਆ ਹੋਵੇਗਾ। ਜੇਕਰ ਸੈਸ਼ਨ ਪਸੰਦ ਆਇਆ ਹੋਵੇ ਤਾਂ ਇਹਨੂੰ ਲਾਈਕ ਕਰ ਲਓ, ਆਪਦੇ ਦੋਸਤਾਂ ਨਾਲ ਸ਼ੇਅਰ ਕਰ ਲਓ। ਜੇਕਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ ਜੀ। ਜੇਕਰ ਤੁਹਾਨੂੰ ਕੋਈ ਹੋਰ ਵੀਡੀਓਜ਼ ਵੀ ਚਾਹੀਦੀਆਂ ਨੇ ਜਿਹੜੀਆਂ ਕਿ ਤੁਹਾਡੇ ਐਗਜ਼ਾਮਸ ਲਈ ਹੈਲਪਫੁਲ ਹੋ ਸਕਦੀਆਂ ਨੇ, ਤੁਸੀਂ ਕਮੈਂਟ ਕਰ ਸਕਦੇ ਹੋ, ਵੀ ਆਪਾਂ ਉਹ ਵੀ ਅਵੇਲੇਬਲ ਜ਼ਰੂਰ ਤੋਂ ਕਰਾ ਦੇਵਾਂਗੇ। ਸੋ ਇਸ ਦੇ ਨਾਲ ਹੀ ਸੈਸ਼ਨ ਦਾ ਐਂਡ ਕਰਦੇ ਹਾਂ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।